ਵੀਡੀਓ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ, ਸਾਰੇ ਸਟੂਡੈਂਟਸ ਨੂੰ ਮੇਰੇ ਵੱਲੋਂ ਜਾਣੀ ਕਿ ਰਾਜਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਾ ਇਹ ਲੈਸਨ 10ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। 10th ਕਲਾਸ ਦੇ ਗਣਿਤ ਦਾ ਸਾਡੇ ਕੋਲ ਸੈਕਿੰਡ ਅਧਿਆਇ ਹੈ। ਦੂਸਰਾ ਅਧਿਆਇ ਹੈ ਬਹੁਪਦ ਜਾਂ ਪੋਲੀਨੋਮੀਅਲ। ਤੋ ਪੋਲੀਨੋਮੀਅਲ ਅਧਿਆਇ ਦੇ ਵਿੱਚੋਂ ਫਾਈਨਲ ਐਗਜ਼ਾਮ ਦੇ ਵਿੱਚ ਜਿਹੜੇ 2 ਅੰਕ ਦੇ ਸਵਾਲ, 2-2 ਅੰਕਾਂ ਵਾਲੇ ਜਿਹੜੇ ਸਵਾਲ ਸਾਨੂੰ ਪੁੱਛੇ ਜਾ ਸਕਦੇ ਨੇ, ਮਹੱਤਵਪੂਰਨ ਸਵਾਲ ਨੇ, ਉਹ ਅਸੀਂ ਅੱਜ ਦੇ ਇਸ ਲੈਸਨ ਦੇ ਵਿੱਚ ਉਹਨਾਂ ਦੇ ਉੱਤੇ ਚਰਚਾ ਕਰਾਂਗੇ। ਠੀਕ ਹੈ, ਤੋ ਹਰ ਇੱਕ ਸਵਾਲ ਨੂੰ ਤੁਸੀਂ ਬਹੁਤ ਧਿਆਨ ਦੇ ਨਾਲ ਦੇਖਣਾ ਹੈ ਤੇ ਆਪਣੇ 2 ਅੰਕ ਜਿਹੜੇ ਨੇ ਉਹ ਫਾਈਨਲ ਐਗਜ਼ਾਮ ਦੇ ਲਈ ਪੱਕੇ ਕਰਨੇ ਨੇ। ਠੀਕ ਹੈ, ਤੋ ਆਓ ਦੇਖਦੇ ਹਾਂ। ਸਭ ਤੋਂ ਪਹਿਲਾਂ ਜਿਹੜਾ ਸਾਡੇ ਕੋਲ ਸਵਾਲ ਆਉਂਦਾ ਹੈ ਉਹ ਹੈ ਇੱਕ 2 ਘਾਤੀ ਬਹੁਪਦ ਪਤਾ ਕਰੋ ਜਿਸ ਦੇ ਸਿਫਰਾਂ ਦਾ ਜੋੜ ਅਤੇ ਗੁਣਨਫਲ ਕ੍ਰਮਵਾਰ 4 ਅਤੇ 1 ਹੈ। ਇਸੇ ਤਰ੍ਹਾਂ ਦੂਸਰਾ ਸਵਾਲ, ਤੀਸਰਾ ਅਤੇ ਚੌਥਾ, 4 ਜਿਹੜੇ ਸਵਾਲ ਸਾਨੂੰ ਇੱਥੇ ਦਿੱਤੇ ਹੋਏ ਨੇ, ਚਾਰੋਂ ਅਸੀਂ ਕਰਾਂਗੇ। ਠੀਕ ਹੈ, ਤੋ ਇਹਨਾਂ ਤੋਂ ਡਿਫਰੈਂਟ ਜਿਹੜੀਆਂ ਕੀਮਤਾਂ ਨੇ ਉਹ ਵੀ ਪੇਪਰ ਦੇ ਵਿੱਚ ਤੁਹਾਨੂੰ ਦਿੱਤੀਆਂ ਹੋ ਸਕਦੀਆਂ ਨੇ, ਬਟ ਜਿਹੜੀ ਟੈਕਨੀਕ ਹੈ, ਜੋ ਪ੍ਰੋਸੈਸ ਹੈ, ਜੋ ਮੈਥਡ ਹੈ, ਉਹ ਸਾਰਿਆਂ ਦਾ ਸੇਮ ਹੀ ਰਹੇਗਾ। ਠੀਕ ਹੈ, ਤੋ ਸਭ ਤੋਂ ਪਹਿਲਾਂ ਇਹਦੇ 'ਚ ਹੁਣ ਜਿਹੜੀ ਸਮਝਣ ਵਾਲੀ ਚੀਜ਼ ਹੈ ਉਹ ਹੈ 2 ਘਾਤੀ ਬਹੁਪਦ। ਠੀਕ ਹੈ, 2 ਘਾਤੀ ਬਹੁਪਦ ਜਿਹੜਾ ਸਾਡੇ ਕੋਲ ਹੁੰਦਾ ਹੈ ਸਟੈਂਡਰਡ ax² plus bx plus c। ਠੀਕ ਹੈ, ਇਹ ਸਾਡੇ ਕੋਲ 2 ਘਾਤੀ ਬਹੁਪਦ ਦੀ ਜਨਰਲ ਫਾਰਮ ਹੈ। ਠੀਕ ਹੈ, ਤੋ ਜਿਨ੍ਹਾਂ x ਦੀਆਂ ਕੀਮਤਾਂ ਲਈ ਸਾਡੇ ਕੋਲ ਇਹ 2 ਘਾਤੀ ਬਹੁਪਦ 0 ਹੋ ਜਾਂਦਾ ਹੈ, ਉਹਨੂੰ ਇਸ 2 ਘਾਤੀ ਦਾ ਅਸੀਂ ਸਿਫਰ ਬੋਲਦੇ ਹਾਂ। ਇਸ 2 ਘਾਤੀ ਬਹੁਪਦ ਦਾ ਸਿਫਰ ਜਾਂ 0 ਬੋਲਦੇ ਹਾਂ। ਠੀਕ ਹੈ, ਤੋ ਇਹਦੇ ਵਿੱਚ a b c ਕੋਈ ਵੀ ਵਾਸਤਵਿਕ ਸੰਖਿਆਵਾਂ ਹੋ ਸਕਦੀਆਂ ਨੇ। ਤੋ ਜਿਹੜਾ ਸਿਫਰਾਂ ਦਾ ਜੋੜ ਹੈ, ਸਿਫਰਾਂ ਦਾ ਜੋੜ ਇਸ 2 ਘਾਤੀ ਬਹੁਪਦ ਦੇ ਵਿੱਚ ਹਮੇਸ਼ਾ ਕੀ ਹੁੰਦਾ ਹੈ? ਸਿਫਰਾਂ ਦਾ ਜੋੜ ਸਾਡੇ ਕੋਲ ਹਮੇਸ਼ਾ -b/a ਹੁੰਦਾ ਹੈ। ਇਹਦੇ ਵਿੱਚ b ਜਿਹੜਾ ਉਹ x ਦਾ ਗੁਣਾਂਕ ਹੈ ਔਰ a ਸਾਡੇ ਕੋਲ ਇੱਥੇ x² ਦਾ ਗੁਣਾਂਕ ਹੈ, x² ਦਾ ਕੋਐਫੀਸ਼ੀਐਂਟ ਹੈ। ਤੇ ਜਿਹੜਾ ਸਾਡੇ ਕੋਲ ਸਿਫਰਾਂ ਦਾ ਗੁਣਨਫਲ ਹੈ, ਸਿਫਰਾਂ ਦਾ ਗੁਣਨਫਲ, ਇਸ ਦੀ ਕੀਮਤ ਹਮੇਸ਼ਾ c/a ਦੇ ਬਰਾਬਰ ਹੁੰਦੀ ਹੈ। ਠੀਕ ਹੈ, ਇਹਦੇ ਵਿੱਚ ਜਿਹੜਾ c ਹੈ ਉਹ ਸਾਡੇ ਕੋਲ ਬਹੁਪਦ ਦਾ ਕੌਂਸਟੈਂਟ, ਜਿਹੜਾ ਅਚਲ ਪਦ ਹੈ, ਉਹ ਹੁੰਦਾ ਹੈ ਤੇ ਇਹ ਸਾਡੇ ਕੋਲ ਬਿਲਕੁਲ ਪਹਿਲਾਂ ਦੀ ਤਰ੍ਹਾਂ x² ਦਾ ਗੁਣਾਂਕ। ਤੋ ਇਹ 3 ਚੀਜ਼ਾਂ ਅਸੀਂ ਧਿਆਨ ਦੇ ਵਿੱਚ ਰੱਖਣੀਆਂ ਨੇ। ਸਭ ਤੋਂ ਪਹਿਲਾਂ ਅਸੀਂ ਬਹੁਪਦ ਜਿਹੜੀ ਉਹ ਮੰਨ ਲੈਣੀ ਹੈ ਕਿ ਮੰਨ ਲਓ ਬਹੁਪਦ ax² + bx + c ਹੈ। ਉਸ ਤੋਂ ਬਾਅਦ ਦਿੱਤੀ ਹੋਈ ਜਾਣਕਾਰੀ ਤੋਂ ਅਸੀਂ a, b ਅਤੇ c, ਇਹ ਜਿਹੜੇ ਅਚਲ ਸਾਡੇ ਕੋਲ ਸੰਖਿਆਵਾਂ ਨੇ, ਇਹਨਾਂ ਦੀ ਅਸੀਂ ਕੀਮਤ ਜਿਹੜੀ ਪਤਾ ਕਰਾਂਗੇ ਤੇ ਉਹ ਕੀਮਤ ਇੱਥੇ ਭਰਾਂਗੇ ਤਾਂ ਸਾਡੇ ਕੋਲ ਲੋੜੀਂਦੀ ਬਹੁਪਦ ਜਿਹੜੀ ਉਹ ਪ੍ਰਾਪਤ ਹੋ ਜਾਏਗੀ। ਠੀਕ ਹੈ, ਤਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾ ਸਵਾਲ, ਹਾਂਜੀ, ਪਹਿਲੇ ਸਵਾਲ ਦੇ ਵਿੱਚ ਸਾਨੂੰ ਦਿੱਤਾ ਹੈ ਕਿ ਬਹੁਪਦ ਦੇ ਸਿਫਰਾਂ ਦਾ ਜੋੜਫਲ ਜਿਹੜਾ 4 ਹੈ ਅਤੇ ਗੁਣਨਫਲ ਕ੍ਰਮਵਾਰ ਜਿਹੜਾ ਗੁਣਨਫਲ ਹੈ ਉਹ 1 ਹੈ। ਠੀਕ ਹੈ, ਤੋ ਮੰਨ ਲਓ ਜਿਹੜਾ 2 ਘਾਤੀ ਬਹੁਪਦ ਹੈ ਸਾਡੇ ਕੋਲ, ਮੰਨ ਲਓ 2 ਘਾਤੀ ਬਹੁਪਦ ax² + bx + c ਹੈ। ਠੀਕ ਹੈ, ਜਿਹੜਾ ਲੋੜੀਂਦਾ 2 ਘਾਤੀ ਬਹੁਪਦ ਹੈ ਸਾਡੇ ਕੋਲ ਉਹ ax + bx + c ਹੈ। ਤੋ ਪ੍ਰਸ਼ਨ ਦੇ ਅਨੁਸਾਰ ਸਾਡੇ ਕੋਲ ਇਸ 2 ਘਾਤੀ ਬਹੁਪਦ ਦੇ ਸਿਫਰਾਂ ਦਾ ਜਿਹੜਾ ਜੋੜਫਲ ਹੈ ਉਹ 4 ਹੈ। ਠੀਕ ਹੈ, ਸਿਫਰਾਂ ਦਾ ਜੋੜਫਲ ਬਰਾਬਰ 4 ਤੇ ਇਸੇ ਤਰ੍ਹਾਂ ਸਿਫਰਾਂ ਦਾ ਜਿਹੜਾ ਗੁਣਨਫਲ ਹੈ ਉਹ ਸਾਨੂੰ ਦਿੱਤਾ ਗਿਆ ਹੈ 1। ਇਸ ਤੋਂ ਬਾਅਦ ਉਹ ਅਸੀਂ ਲਿਖ ਲਵਾਂਗੇ। ਸਿਫਰਾਂ ਦਾ ਗੁਣਨਫਲ ਬਰਾਬਰ 1। ਠੀਕ ਹੈ, ਤੋ ਇਹਦੇ ਵਿੱਚ ਹੁਣ ਜਿਵੇਂ ਅਸੀਂ ਪਹਿਲਾਂ ਗੱਲ ਕਰਕੇ ਆਏ ਹਾਂ ਕਿ ਸਿਫਰਾਂ ਦਾ ਜਿਹੜਾ ਜੋੜਫਲ ਹੈ ਉਹ -b/a ਦੇ ਬਰਾਬਰ ਹੁੰਦਾ ਹੈ। ਠੀਕ ਹੈ, ਅਤੇ ਹਾਂਜੀ, ਤੋ ਸਿਫਰਾਂ ਦਾ ਜੋੜਫਲ -b/a, ਤੋਂ ਇਹਨੂੰ ਅਸੀਂ ਲਿਖ ਲਵਾਂਗੇ -b/a ਬਰਾਬਰ 4। ਠੀਕ ਹੈ, ਅਤੇ ਜਿਹੜਾ ਸਿਫਰਾਂ ਦਾ ਗੁਣਨਫਲ ਹੈ ਉਹ ਸਾਡੇ ਕੋਲ 1 ਦੇ ਬਰਾਬਰ ਹੈ, ਤੋ c/a ਬਰਾਬਰ ਸਾਡੇ ਕੋਲ ਆ ਗਿਆ 1। ਠੀਕ ਹੈ, ਹੁਣ ਕਿਉਂਕਿ ਸਾਡੇ ਕੋਲ ਖੱਬੇ ਪਾਸੇ b/a ਹੈ, c/a ਹੈ, ਵਟੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦੋਨੋਂ ਜਗ੍ਹਾ ਡਿਨੋਮੀਨੇਟਰ ਦੇ ਵਿੱਚ, ਹਰ ਦੇ ਵਿੱਚ ਸਾਡੇ ਕੋਲ a ਆਉਂਦਾ ਹੈ। ਤੋ ਸੱਜੇ ਪਾਸੇ ਜਿਹੜੀਆਂ ਸਾਡੇ ਕੋਲ ਸੰਖਿਆਵਾਂ ਜੋ ਵੀ ਦਿੱਤੀਆਂ ਹੋਣਗੀਆਂ, ਜਿਵੇਂ ਇਸ ਸਵਾਲ ਦੇ ਵਿੱਚ 4 ਤੇ 1 ਹੈ, ਤੋ ਇਹਨਾਂ ਦੇ ਜਿਹੜੇ ਹਰ ਹੈ ਉਹ ਅਸੀਂ ਬਰਾਬਰ ਕਰਨੇ ਨੇ। ਠੀਕ ਹੈ,
ਇਹਨਾਂ ਦੇ ਵਿੱਚ ਕੁਦਰਤੀ ਸਾਡੇ ਕੋਲ ਹਰ ਜਿਹੜੇ ਦੋਨਾਂ ਦੇ ਉਹ ਇੱਕ ਨੇ, ਕਿਉਂਕਿ ਕਿਸੇ ਵੀ ਸੰਖਿਆ ਦੇ ਹੇਠਾਂ ਹਰ ਦੇ ਵਿੱਚ ਜੇਕਰ ਕੋਈ ਸੰਖਿਆ ਨਹੀਂ ਦਿੱਤੀ ਤਾਂ ਉਸ ਸੰਖਿਆ ਦਾ ਜਿਹੜਾ ਹਰ ਹੈ ਉਹ ਸਾਡੇ ਕੋਲ ਇੱਕ ਹੁੰਦਾ ਹੈ। ਠੀਕ ਹੈ, ਤੋ ਉਹ ਕਿਉਂ ਕਰਨਾ ਹੈ? ਕਿਉਂਕਿ ਖੱਬੇ ਪਾਸੇ ਵੀ ਸਾਡੇ ਕੋਲ ਵਟੇ ਦੇ ਵਿੱਚ a ਹੈ। ਤੋ ਹੁਣ ਅਸੀਂ ਇਹਨਾਂ ਦੋਨਾਂ ਨੂੰ ਕੰਪੇਅਰ ਕਰਾਂਗੇ। ਇੱਥੇ ਕੰਪੇਅਰ ਕਰਕੇ ਅਸੀਂ ਤੁਲਨਾ ਕਰਕੇ ਦੱਸ ਸਕਦੇ ਹਾਂ ਕਿ a ਦੀ ਕੀਮਤ ਜਿਹੜੀ ਸਾਡੇ ਕੋਲ 1 ਹੈ, ਮਾਈਨਸ b ਦੀ ਕੀਮਤ ਸਾਡੇ ਕੋਲ 4 ਹੈ, c ਦੀ ਕੀਮਤ ਸਾਡੇ ਕੋਲ 1 ਹੈ। ਠੀਕ ਹੈ, ਤੋ ਇਸ ਤੋਂ ਸਾਨੂੰ ਕੀ ਪਤਾ ਚੱਲਦਾ ਹੈ? ਸੋ ਤੁਲਨਾ ਕਰਨ ਤੇ ਹਾਂਜੀ ਹਾਂਜੀ a ਬਰਾਬਰ a ਬਰਾਬਰ ਸਾਡੇ ਕੋਲ 1 ਆ ਜਾਂਦਾ ਹੈ। ਠੀਕ ਹੈ, ਮਾਈਨਸ b ਦੀ ਕੀਮਤ ਜਿਹੜੀ ਹੈ ਉਹ 4 ਬਣਦੀ ਹੈ। ਜੇ ਮਾਈਨਸ b 4 ਹੈ ਤਾਂ ਇਹਦੇ ਤੋਂ ਸਾਨੂੰ ਪਤਾ ਚੱਲਦਾ ਹੈ ਕਿ b ਦੀ ਕੀਮਤ ਜਿਹੜੀ ਹੈ ਉਹ -4 ਹੋਏਗੀ। ਠੀਕ ਹੈ, ਮਾਈਨਸ ਜਿਹੜਾ ਉਹ ਦੂਸਰੀ ਸਾਈਡ ਸ਼ਿਫਟ ਹੋ ਜਾਏਗਾ ਅਤੇ c ਦੀ ਕੀਮਤ ਸਾਡੇ ਕੋਲ 1 ਰਹੇਗੀ। ਠੀਕ ਹੈ, ਤੋ ਇਹ ਜਿਹੜੀ a b ਤੇ c ਦੀਆਂ ਕੀਮਤਾਂ ਨੇ, ਅਸੀਂ ਸ਼ੁਰੂ ਦੇ ਵਿੱਚ ਜਿਹੜੀ ਬਹੁਪਦ ਲਿਖੀ ਸੀ ਇਹਦੇ ਵਿੱਚ ਅਸੀਂ ਭਰ ਦਿਆਂਗੇ ਤਾਂ ਸਾਨੂੰ ਲੋੜੀਂਦੀ ਬਹੁਪਦ ਜਿਹੜੀ ਪ੍ਰਾਪਤ ਹੋ ਜਾਵੇਗੀ। ਠੀਕ ਹੈ, ਇਸ ਲਈ ਲੋੜੀਂਦੀ ਬਹੁਪਦ a ਦੀ ਜਗ੍ਹਾ ਤੇ 1 ਆ ਗਿਆ ਤੇ x ਸਕੁਆਰ ਹੀ ਰਹੇਗਾ ਸਾਡੇ ਕੋਲ। b ਦੀ ਜਗ੍ਹਾ ਤੇ -4 ਤੋਂ -4x ਆ ਜਾਏਗਾ ਔਰ c ਦੀ ਜਗ੍ਹਾ ਤੇ 1 ਹੈ ਤੇ ਇੱਥੇ ਸਾਡੇ ਕੋਲ 1 ਹੈ। ਠੀਕ ਹੈ, ਤੋ ਲੋੜੀਂਦੀ ਬਹੁਪਦ x ਸਕੁਆਰ -4x + 1 ਹੈ। ਠੀਕ ਹੈ, ਤੋ ਇਹ ਸਾਡੇ ਕੋਲ ਪਹਿਲੇ ਸਵਾਲ ਦਾ ਜਵਾਬ ਜਿਹੜਾ ਉਹ ਬਣ ਜਾਂਦਾ ਹੈ। ਠੀਕ ਹੈ, ਇਸ ਤੋਂ ਬਾਅਦ ਦੂਸਰਾ ਸਵਾਲ ਅਸੀਂ ਦੇਖਾਂਗੇ। ਦੂਸਰੇ ਸਵਾਲ ਦੇ ਵਿੱਚ ਜਿਹੜੀ ਬਹੁਪਦ ਸਿਫਰਾਂ ਦਾ ਜੋੜ ਹੈ ਉਹ ਸਾਨੂੰ -3 ਦਿੱਤਾ ਹੈ ਤੇ ਜਿਹੜਾ ਗੁਣਨਫਲ ਹੈ ਉਹ 2 ਦਿੱਤਾ ਹੋਇਆ। ਠੀਕ ਹੈ, ਤੋ ਇਹਨੂੰ ਕਿਵੇਂ ਕਰਨਾ ਹੈ ਇਹ ਅਸੀਂ ਦੇਖਦੇ ਹਾਂ। ਇਹ ਸਾਡੇ ਕੋਲ ਭਾਗ 1 ਸੀ, ਤੋ ਹੁਣ ਭਾਗ 2 ਦੀ ਗੱਲ ਕਰਾਂਗੇ। ਸਿਫਰਾਂ ਦਾ ਜੋੜ -3 ਅਤੇ ਸਿਫਰਾਂ ਦਾ ਗੁਣਨਫਲ 2। ਹਾਂਜੀ, ਦੂਸਰੇ ਸਵਾਲ ਵਿੱਚ ਬਹੁਪਦ ਦੇ ਸਿਫਰਾਂ ਦਾ ਜੋੜ ਬਰਾਬਰ -3 ਅਤੇ ਸਿਫਰਾਂ ਦਾ ਗੁਣਨਫਲ ਇਹ ਸਾਡੇ ਕੋਲ 2 ਜਿਹੜਾ ਬਣ ਜਾਂਦਾ ਹੈ। ਠੀਕ ਹੈ, ਤੋ ਉਸ ਪਹਿਲਾਂ ਦੀ ਤਰ੍ਹਾਂ ਹੀ ਅਸੀਂ ਇੱਥੇ ਸਿਫਰਾਂ ਦਾ ਜੋੜ ਜਿਹੜਾ ਹੈ ਉਹਨੂੰ -b/a ਲਿਖਾਂਗੇ ਤੇ ਸਿਫਰਾਂ ਦੇ ਗੁਣਨਫਲ ਨੂੰ c/a ਲਿਖ ਸਕਦੇ ਹਾਂ। ਠੀਕ ਹੈ, ਇਹ ਸਾਡੇ ਕੋਲ c/a ਹੁੰਦਾ। ਤੋ b/a ਦੀ ਕੀਮਤ -b/a ਸਾਡੇ ਕੋਲ 3 ਦੇ ਬਰਾਬਰ ਹੈ, c/a ਸਾਡੇ ਕੋਲ 2 ਦੇ ਬਰਾਬਰ ਹੈ। ਪਹਿਲਾਂ ਦੀ ਤਰ੍ਹਾਂ ਹੀ ਅਸੀਂ ਹਰ ਜਿਹੜਾ ਉਹ ਦੇਖਾਂਗੇ। ਹਰ ਸਾਡੇ ਕੋਲ ਇਹਦੇ ਵਿੱਚ ਵੀ ਪਹਿਲਾਂ ਦੀ ਤਰ੍ਹਾਂ ਨਹੀਂ ਦਿੱਤਾ ਹੋਇਆ ਤੇ ਇਹਦਾ ਭਾਵ ਹਰ ਅਸੀਂ 1 ਲੈ ਸਕਦੇ ਹਾਂ। ਠੀਕ ਹੈ, ਤੋ ਫਿਰ ਅਗੇਨ ਇੱਥੋਂ ਤੁਲਨਾ ਕਰਨ ਤੇ ਸਾਡੇ ਕੋਲ ਜਿਹੜੀ a ਦੀ ਕੀਮਤ ਹੈ ਉਹ ਬਣ ਜਾਂਦੀ ਹੈ 1 ਔਰ -b ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ ਬਣ ਜਾਂਦੀ ਹੈ 3। ਅਗਰ -b ਦੀ ਕੀਮਤ 3 ਹੈ ਇਹਦਾ ਮਤਲਬ b ਦੀ ਕੀਮਤ ਸਾਡੇ ਕੋਲ -3 ਹੋ ਜਾਏਗੀ, ਕਿਉਂਕਿ ਮਾਈਨਸ ਦਾ ਸਾਈਨ ਦੂਜੇ ਪਾਸੇ ਲੈ ਕੇ ਜਾਣ ਲਈ ਅਸੀਂ ਦੋਨੋਂ ਪਾਸੇ -1 ਦੇ ਨਾਲ ਗੁਣਾ ਕਰਾਂਗੇ। ਤੋ b ਸਾਡੇ ਕੋਲ ਪਲੱਸ ਹੋ ਜਾਏਗਾ ਤੇ ਦੂਸਰੀ ਸਾਈਡ ਜਿਹੜਾ -3 ਦਾ ਨਿਸ਼ਾਨ ਆ ਜਾਏਗਾ। ਠੀਕ ਹੈ, ਤੇ ਇਸ ਤੋਂ ਬਾਅਦ c ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ ਇੱਥੇ 2 ਬਣ ਜਾਂਦੀ ਹੈ। ਠੀਕ ਹੈ, a ਬਰਾਬਰ 1, b ਬਰਾਬਰ -3 ਤੇ c ਬਰਾਬਰ 2। ਤੋ ਇਹੀ a b c ਦੀਆਂ ਕੀਮਤਾਂ ਜਿਹੜੀਆਂ ਅਸੀਂ ਬਹੁਪਦ ਦੇ ਵਿੱਚ ਭਰਾਂਗੇ ਤਾਂ ਸਾਡੇ ਕੋਲ ਲੋੜੀਂਦੀ ਬਹੁਪਦ ਜਿਹੜੀ ਪ੍ਰਾਪਤ ਹੋ ਜਾਂਦੀ ਹੈ। ਠੀਕ ਹੈ, ਇਸ ਤਰ੍ਹਾਂ ਦੂਸਰੇ ਸਵਾਲ ਦੇ ਵਿੱਚ ਲੋੜੀਂਦੀ ਬਹੁਪਦ ਹਾਂਜੀ x ਸਕੁਆਰ, ਕਿਉਂਕਿ a ਆਪਣੇ ਕੋਲ 1 ਹੈ, -3x ਕਿਉਂਕਿ b ਦੀ ਕੀਮਤ -3 ਹੈ, ਜਮਾ 2 ਹੈ। ਠੀਕ ਹੈ, ਇਹ ਸਾਡੇ ਕੋਲ ਦੂਸਰੇ ਸਵਾਲ ਦੇ ਵਿੱਚ ਲੋੜੀਂਦੀ ਬਹੁਪਦ ਬਣ ਜਾਂਦੀ ਹੈ। ਇਸ ਤੋਂ ਬਾਅਦ ਅਗਲਾ ਜਿਹੜਾ ਸਵਾਲ ਹੈ ਸਾਡੇ ਕੋਲ ਤੀਸਰਾ,
ਇਹਨੂੰ ਅਸੀਂ ਦੇਖਦੇ ਹਾਂ, ਇਹਦੇ ਵਿੱਚ ਜਿਹੜਾ ਸਿਫਰਾਂ ਦਾ ਜੋੜ ਹੈ ਉਹ ਸਾਨੂੰ 1/4 ਤੇ ਗੁਣਨਫਲ -1 ਦਿੱਤਾ ਹੋਇਆ, ਠੀਕ ਹੈ। तो तीसरे पार्ट ਦੇ ਵਿੱਚ ਸਿਫਰਾਂ ਦਾ ਜੋੜ। ਹਾਂਜੀ, तो ये अपने ਕੋਲ ਹੈ -1/4 ਨਹੀਂ ਜਮਾ 1/4 ਜਮਾ 1/4 ਤੇ ਜਿਹੜਾ ਸਿਫਰਾਂ ਦਾ ਗੁਣਨਫਲ ਹੈ ਉਹ -1 ਦਿੱਤਾ ਹੋਇਆ। ਸਿਫਰਾਂ ਦਾ ਗੁਣਨਫਲ ਬਰਾਬਰ -1, ठीक है। तो फिर ਜਿਹੜਾ ਸਿਫਰਾਂ ਦਾ ਜੋੜਫਲ ਹੈ ਇਹ ਸਾਡੇ ਕੋਲ -b/a ਹੁੰਦਾ ਹੈ। तो ਇਹ -b/a ਬਰਾਬਰ ਜਿਹੜਾ 1/4 ਅਸੀਂ ਲਿਖ ਲਵਾਂਗੇ, ਠੀਕ ਹੈ। ਤੇ ਜਿਹੜਾ ਸਿਫਰਾਂ ਦਾ ਗੁਣਨਫਲ ਹੈ ਉਹ ਸਾਡੇ ਕੋਲ c/a ਹੁੰਦਾ ਹੈ। तो c/a ਸਾਡੇ ਕੋਲ ਇਹਦੀ ਕੀਮਤ ਜਿਹੜੀ ਉਹ -1 ਦੇ ਬਰਾਬਰ ਆ ਜਾਂਦੀ, ਠੀਕ ਹੈ। तो ਇਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਹਰ ਜਿਹੜਾ ਹੈ ਸਾਡੇ ਕੋਲ ਜੋੜਫਲ ਦੇ ਵਿੱਚ ਹਰ 4 ਹੈ ਡਿਨੋਮੀਨੇਟਰ, ਬਟ ਗੁਣਨਫਲ ਦੇ ਵਿੱਚ ਜਿਹੜਾ ਹਰ ਹੈ ਉਹ ਸਾਨੂੰ ਇੱਕ ਜਿਹੜਾ ਇੱਥੇ ਦਿੱਤਾ ਹੋਇਆ, ਕਿਉਂਕਿ ਨਹੀਂ ਹੈ ਤਾਂ ਇੱਕ ਅਸੀਂ ਲਗਾ ਸਕਦੇ ਹਾਂ, ਠੀਕ ਹੈ। तो ਇਹਦੇ ਵਿੱਚ ਵੀ ਹਰ ਨੂੰ ਬਰਾਬਰ ਕਰਨ ਦੇ ਲਈ 4 ਕਰਨ ਦੇ ਲਈ ਅਸੀਂ ਕੀ ਕਰਾਂਗੇ, ਅੰਸ਼ ਨੂੰ ਤੇ ਹਰ ਨੂੰ ਨਿਊਮੀਨੇਟਰ ਤੇ ਡਿਨੋਮੀਨੇਟਰ ਦੋਨਾਂ ਨੂੰ 4 ਦੇ ਨਾਲ ਗੁਣਾ ਕਰ ਲਵਾਂਗੇ, ਠੀਕ ਹੈ। ਮਲਟੀਪਲਾਈ ਕਰਾਂਗੇ ਸਾਡੇ ਕੋਲ -4/4 ਬਣ ਜਾਏਗਾ, ਠੀਕ ਹੈ। तो ਕਹਿਣ ਦਾ ਭਾਵ ਹੈ -b/a ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ 1/4 ਬਣਦੀ ਹੈ ਅਤੇ c/a ਭਾਵ ਕਿ ਗੁਣਨਫਲ ਜਿਹੜਾ ਇਹ ਸਾਡੇ ਕੋਲ -4/4 ਬਣ ਜਾਏਗਾ, ਠੀਕ ਹੈ। ਹੁਣ ਦੇਖ ਸਕਦੇ ਹੋ ਇਹਦੀ ਕੀਮਤ 4 ਦੋਨੋਂ ਜਗ੍ਹਾ ਸਾਡੇ ਕੋਲ 4 ਬਣਦੀ ਪਈ ਹੈ। तो तुलना ਕਰਨ ਤੇ ਫਿਰ ਸਾਡੇ ਕੋਲ ਜਿਹੜੀਆਂ ਕੀਮਤਾਂ ਪ੍ਰਾਪਤ ਹੁੰਦੀਆਂ ਨੇ a ਬਰਾਬਰ 4 ਔਰ -b ਦੀ ਕੀਮਤ ਜਿਹੜੀ ਹੈ ਉਹ ਸਾਡੇ ਕੋਲ ਇੱਥੇ 1 ਹੈ। तो -b अगर 1 है तो ਜਿਹੜੀ b ਦੀ ਕੀਮਤ ਹੈ ਉਹ ਸਾਡੇ ਕੋਲ -1 ਬਣ ਜਾਏਗੀ, ਠੀਕ। ਤੇ ਇਸ ਤੋਂ ਬਾਅਦ ਜਿਹੜੀ c ਦੀ ਕੀਮਤ ਹੈ ਉਹ ਅਸੀਂ ਦੇਖ ਸਕਦੇ ਹਾਂ ਉਹ ਸਾਡੇ ਕੋਲ -4 ਬਣਦੀ ਹੈ, ਠੀਕ। तो ਲੋੜੀਂਦੀ ਜਿਹੜੀ ਬਹੁਪਦ ਹੈ ਉਹ ਸਾਡੇ ਕੋਲ ਕੀ ਬਣ ਜਾਏਗੀ, ਇਸ ਲਈ ਲੋੜੀਂਦੀ ਬਹੁਪਦ इस बार a की कीमत साढ़े कोल 4 है तो 4x² आ गया, -1 है b की कीमत 1 -1 तो -x आएगा और c की कीमत साढ़े कोल -4 आ जाएगी, ठीक। ये साढ़े कोल लोड़ींदी बहुपद है तीसरे सवाल दी, ठीक। तो मैनूं उम्मीद है कि 2-3 सवाल आपां कीते ने, बहुत ध्यान दे नाल तुसीं देखे होणगे ते समझ भी गए होवोगे कि किवें आपां इन्हां सवालां नूं हल करना है। ਤੇ ਜਿਹੜਾ ਚੌਥਾ ਸਵਾਲ ਹੈ ਉਹ ਅਸੀਂ ਹੁਣ ਦੇਖਾਂਗੇ। ਚੌਥਾ ਸਵਾਲ ਸਾਡੇ ਕੋਲ ਜਿਹੜਾ ਸਿਫਰਾਂ ਦਾ ਜੋੜਫਲ ਹੈ ਉਹ ਵੀ 1 ਦਿੱਤਾ ਹੋਇਆ ਤੇ ਸਿਫਰਾਂ ਦਾ ਗੁਣਨਫਲ ਵੀ 1 ਦਿੱਤਾ ਹੋਇਆ, ਠੀਕ ਹੈ। ਤੇ ਇਹਨੂੰ ਦੇਖਦੇ ਹਾਂ ਆਪਾਂ ਕਿਵੇਂ ਕਰਨਾ ਹੈ। ਮੈਨੂੰ ਉਮੀਦ ਹੈ ਅਗਰ ਤੁਸੀਂ ਕਰ ਸਕਦੇ ਹੋ, ਸਮਝ ਗਏ ਹੋ ਤਾਂ ਵੀਡੀਓ ਨੂੰ ਪੌਜ਼ ਕਰਕੇ ਪਹਿਲੇ ਜਿਹੜਾ ਸਵਾਲ ਨੂੰ ਹੱਲ ਕਰੋ, ਠੀਕ ਹੈ। ਫਿਰ ਉਸ ਤੋਂ ਬਾਅਦ ਨਾਲ ਤੁਸੀਂ ਮਿਲਾ ਕੇ ਦੇਖ ਸਕਦੇ ਹੋ। ਸਿਫਰਾਂ ਦਾ ਜੋੜਫਲ, ਸਿਫਰਾਂ ਦਾ ਜੋੜਫਲ ਵੀ 1 ਤੇ ਸਿਫਰਾਂ ਦਾ ਗੁਣਨਫਲ ਵੀ 1, ਬਰਾਬਰ 1। ਕਹਿਣ ਦਾ ਭਾਵ ਹੈ ਕਿ -b/a ਇਹਦੀ ਕੀਮਤ ਵੀ ਸਾਨੂੰ 1 ਦਿੱਤੀ ਹੈ ਤੇ c/a ਦੀ ਕੀਮਤ ਵੀ 1 ਦਿੱਤੀ ਹੈ। ਇਹਨੂੰ ਅਸੀਂ 1/1 ਲਿਖ ਸਕਦੇ ਹਾਂ ਦੋਨੋਂ ਜਗ੍ਹਾ, ਠੀਕ ਹੈ, 1/1। तो इत्थों कंपेयर करके आप देख सकते हैं तुलना करन ते a ਦੀ ਕੀਮਤ ਜਿਹੜੀ ਹੈ ਸਾਨੂੰ 1 ਪ੍ਰਾਪਤ ਹੁੰਦੀ ਹੈ, ठीक है। b ਦੀ ਕੀਮਤ -b ਦੀ ਕੀਮਤ ਕਿਉਂਕਿ 1 ਹੈ तो b ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ -1 ਬਣ ਜਾਏਗੀ ਔਰ ਇਸੇ ਢੰਗ ਦੇ ਨਾਲ c ਦੀ ਕੀਮਤ ਜਿਹੜੀ ਉਹ ਵੀ ਸਾਡੇ ਕੋਲ 1 ਬਣ ਜਾਂਦੀ ਹੈ, ਠੀਕ। तो ਹੁਣ ਅਸੀਂ ਜਿਹੜੀ ਲੋੜੀਂਦੀ ਬਹੁਪਦ ਇੱਥੋਂ ਲਿਖ ਸਕਦੇ ਹਾਂ ਇਸ ਤਰ੍ਹਾਂ। ਇਸ ਲਈ ਲੋੜੀਂਦੀ ਬਹੁਪਦ ਰਿਕੁਆਇਰਡ ਪੋਲੀਨੋਮੀਅਲ ਸਾਡੇ ਕੋਲ ਬਣੇਗੀ x² -x + 1, ठीक है। a ਦੀ ਜਗ੍ਹਾ ਤੇ 1, b ਦੀ ਜਗ੍ਹਾ ਤੇ -1, c ਦੀ ਜਗ੍ਹਾ ਤੇ 1 ਹੈ, ठीक। ਲਓ ਜੀ, तो ਇਹ 4 ਸਵਾਲ ਅਸੀਂ ਸੇਮ ਜਿਹੜੇ ਟਾਈਪ ਦੇ ਕੀਤੇ ਨੇ। तो ਜੇ ਇਹਨਾਂ ਨੂੰ ਤੁਸੀਂ ਬਹੁਤ ਧਿਆਨ ਦੇ ਨਾਲ ਸਮਝਿਆ ਹੈ, ਕੀਤਾ ਹੈ ਤਾਂ ਕੋਈ ਕਾਰਨ ਨਹੀਂ ਹੈ ਕਿ ਫਾਈਨਲ ਐਗਜ਼ਾਮ ਦੇ ਵਿੱਚ ਤੁਸੀਂ ਇਹ ਨਾ ਕਰ ਪਾਓ ਤੇ ਤੁਹਾਡੇ ਮਾਰਕਸ ਜਿਹੜੇ ਆ ਉਹ ਪੂਰੇ ਦੇ ਪੂਰੇ ਸਵਾਲ ਦੇ ਤੁਹਾਨੂੰ ਨਾ ਮਿਲਣ, ਠੀਕ ਹੈ।
तो आओ इस तो बाद देखते हैं सैकेंड दूजे अध्याय ਦੇ ਸੈਕੰਡ ਚੈਪਟਰ ਦੇ ਹੋਰ ਕਿਹੜੇ ਸਵਾਲ ਨੇ ਜਿਹੜੇ 2 ਅੰਕਾਂ ਦੇ ਵਿੱਚ ਪੁੱਛੇ ਜਾ ਸਕਦੇ ਨੇ। ਤੋ ਇਹ ਸਵਾਲ ਵੀ ਸਿਫਰਾਂ ਦੇ ਜੋੜਫਲ ਅਤੇ ਗੁਣਨਫਲ ਦੇ ਨਾਲ ਹੀ ਸੰਬੰਧਿਤ ਨੇ, ਠੀਕ ਹੈ। ਦੋ ਘਾਤੀ ਬਹੁਪਦ ਦੇ ਸਿਫਰ ਪਤਾ ਕਰੋ ਅਤੇ ਸਿਫਰਾਂ ਦਾ ਜੋੜ ਅਤੇ ਗੁਣਨਫਲ ਦੀ ਬਹੁਪਦ ਦੇ ਗੁਣਾਂਕਾਂ ਨਾਲ ਸੰਬੰਧਾਂ ਦੀ ਜਾਂਚ ਇੱਥੇ ਹੋਣਾ ਚਾਹੀਦਾ ਸੀ, ਜਾਂਚ ਕਰੋ, ਠੀਕ ਹੈ। ਤੋ ਆਓ ਦੇਖਦੇ ਹਾਂ ਇਹਦੇ 'ਚ ਜਿਵੇਂ ਅਸੀਂ ਪਹਿਲਾਂ ਗੱਲ ਕਰਕੇ ਆਏ ਸਿਫਰਾਂ ਦਾ ਜੋੜ ਜਿਹੜਾ ਸਾਡੇ ਕੋਲੋਂ -b/a ਹੁੰਦਾ ਹੈ ਅਤੇ ਸਿਫਰਾਂ ਦਾ ਗੁਣਨਫਲ c/a ਹੁੰਦਾ ਹੈ। ਤੋ ਇਸ ਸਵਾਲ ਦੇ ਵਿੱਚ ਨੂੰ ਅਸੀਂ ਕਿਵੇਂ ਕਰਾਂਗੇ, ਇਸ ਜਾਣਕਾਰੀ ਨੂੰ ਦੀ ਵਰਤੋਂ ਕਰਦੇ ਹੋਏ ਆਓ ਦੇਖਦੇ ਹਾਂ। ਤੋ ਪਹਿਲਾ ਸਵਾਲ ਹੈ ਸਾਡੇ ਕੋਲ x² -2x -8। ਤੋ ਇਹਨੂੰ ਅਸੀਂ ਸਭ ਤੋਂ ਪਹਿਲਾਂ ਫੈਕਟਰਾਈਜ਼ ਕਰਾਂਗੇ, ਠੀਕ ਹੈ। ਇਹਦੇ ਫੈਕਟਰ ਜਿਹੜੇ ਉਹ ਬਣਾਵਾਂਗੇ। ਤੋ ਦੋ ਸੰਖਿਆਵਾਂ ਜਿਹੜੀਆਂ ਆਪਾਂ ਸੋਚਣੀਆਂ ਨੇ ਜਿਨ੍ਹਾਂ ਦਾ ਜੋੜਫਲ ਸਾਡੇ ਕੋਲ -2 ਦੇ ਬਰਾਬਰ ਹੋਏ ਤੇ ਗੁਣਨਫਲ ਜਿਹੜਾ ਉਹ -8 ਦੇ ਬਰਾਬਰ ਹੋਏ। ਹਾਂਜੀ, ਤੋ 4 ਤੇ 2 ਨੂੰ ਜੇਕਰ ਅਸੀਂ ਗੁਣਾ ਕਰੀਏ ਤਾਂ ਉਹ ਸਾਡੇ ਕੋਲ -8 ਬਣਦੇ ਨੇ, ਠੀਕ ਹੈ। ਇਹਨੂੰ ਅਸੀਂ ਸਾਈਡ ਤੇ ਪਹਿਲਾਂ ਦੇਖ ਲੈਂਦੇ ਹਾਂ ਤਾਂ ਜ਼ਿਆਦਾ ਬੈਟਰ ਰਹੇਗਾ। ਤੋ ਇਹਦੇ ਵਿੱਚ ਜਿਹੜਾ ਸਾਡੇ ਕੋਲ a ਹੈ, a ਦੀ ਕੀਮਤ ਸਾਡੇ ਕੋਲ 1 ਹੈ, b ਦੀ ਕੀਮਤ ਭਾਵ ਕਿ ਜਿਹੜਾ x ਦਾ ਕੋਐਫੀਸ਼ੀਐਂਟ ਹੈ ਉਹਦੀ ਕੀਮਤ ਸਾਡੇ ਕੋਲ -2 ਹੈ ਤੇ c ਦੀ ਕੀਮਤ ਸਾਡੇ ਕੋਲ -8 ਨੇ, ਠੀਕ ਹੈ। ਤੋ a ਤੇ c ਨੂੰ ਅਸੀਂ ਗੁਣਾ ਕਰ ਲਵਾਂਗੇ, a ਤੇ c ਨੂੰ ਗੁਣਾ ਕਰਾਂਗੇ ਸਾਡੇ ਕੋਲ 1 ਗੁਣਾ -8 ਹੀ ਬਚੇਗਾ। ਤੋ ਹੁਣ ਦੋ ਸੰਖਿਆਵਾਂ ਅਸੀਂ ਸੋਚਣੀਆਂ ਨੇ ਜਿਨ੍ਹਾਂ ਦਾ ਗੁਣਨਫਲ ਜਿਹੜਾ ਹੈ ਉਹ ac ਦੇ ਬਰਾਬਰ ਭਾਵ ਕਿ -8 ਹੋਏ ਤੇ ਜਿਹੜਾ ਜੋੜਫਲ ਹੈ ਉਹ ਸਾਡੇ ਕੋਲ -4 ਹੋਏ, ਠੀਕ ਹੈ। ਤੋ ਇਸ ਤਰ੍ਹਾਂ ਦੀਆਂ ਦੋ ਸੰਖਿਆਵਾਂ ਸਾਡੇ ਕੋਲ -4 ਤੇ 2 ਹੋ ਸਕਦੀਆਂ ਨੇ। ਤੋ 4 ਦੂਣੀ 8 ਹੋਏਗਾ ਸਾਡੇ ਕੋਲ, ਤੋਂ -8 ਬਣ ਜਾਏਗਾ। ਜੇਕਰ ਅਸੀਂ ਇਹਨਾਂ ਦੋਨਾਂ ਨੂੰ ਜੋੜਾਂਗੇ ਤਾਂ -4 + 2 + 2 ਉਹ ਸਾਡੇ ਕੋਲ -2 ਦੇ ਬਰਾਬਰ ਹੋਏਗਾ, ਠੀਕ ਹੈ। ਤੋ ਇਹਨੂੰ ਫੈਕਟਰਾਈਜ਼ ਕਰਨ ਦੇ ਲਈ ਅਸੀਂ x² -4x + 2x -8 ਜਿਹੜਾ ਉਹ ਲਿਖ ਸਕਦੇ ਹਾਂ, ਠੀਕ ਹੈ। ਤੋ ਪਹਿਲੇ ਦੋਨਾਂ ਦੇ ਵਿੱਚੋਂ x ਜਿਹੜਾ ਕਾਮਨ ਆ ਜਾਏਗਾ, ਤੋ ਇਹ x ਘਟਾਓ 4 ਬਣ ਜਾਏਗਾ ਸਾਡੇ ਕੋਲ ਇੱਥੇ, +2 ਜਿਹੜਾ ਕਾਮਨ ਲਿਆ ਜਾ ਸਕਦਾ ਹੈ, ਤੋ x -4 ਆ ਜਾਏਗਾ, ਠੀਕ ਹੈ। ਤੋ ਇਹ ਬਣ ਜਾਏਗਾ ਸਾਡੇ ਕੋਲ x + 2 × x -4, ਠੀਕ। ਤੋ ਸਿਫਰ ਜਿਹੜੀ ਇਹਦੀ ਕੀਮਤ ਸਾਡੇ ਕੋਲ ਇਸ ਬਹੁਪਦ ਦੀ ਕੀਮਤ 0 ਹੋਣ ਦੇ ਲਈ, ਸਿਫਰ ਹੋਣ ਦੇ ਲਈ x = 2 ਜਾਂ ਤੇ 0 ਹੋਣਾ ਚਾਹੀਦਾ ਹੈ ਜਾਂ ਫਿਰ x -4 0 ਹੋਣਾ ਚਾਹੀਦਾ ਹੈ, ਠੀਕ ਹੈ। ਤੋ ਆਪਾਂ ਇੱਥੇ ਲਿਖਾਂਗੇ ਕਿ x² -2x -8 ਬਰਾਬਰ 0 ਹੋਵੇਗਾ ਜੇਕਰ x = 2 ਬਰਾਬਰ 0 ਹੈ ਜਾਂ x ਘਟਾਓ 4 ਬਰਾਬਰ 0 ਹੋਵੇ, ਠੀਕ ਹੈ। ਇੱਥੋਂ ਸਾਡੇ ਕੋਲ ਜਿਹੜੀ x ਦੀ ਕੀਮਤ ਹੈ ਉਹ -2 ਆ ਜਾਏਗੀ ਔਰ ਇਹਦੇ ਵਿੱਚੋਂ x ਦੀ ਕੀਮਤ ਜਿਹੜੀ ਉਹ ਸਾਡੇ ਕੋਲ 4 ਆਏਗੀ। ਤੋ ਇਹ ਜਿਹੜੀਆਂ ਦੋਨੋਂ ਕੀਮਤਾਂ ਨੇ ਇਹ ਸਾਡੇ ਕੋਲ ਦਿੱਤੇ ਹੋਏ ਬਹੁਪਦ ਦੀਆਂ ਸਿਫਰਾਂ ਨੇ, ਠੀਕ ਹੈ। ਤੋ ਇਸ ਤਰ੍ਹਾਂ x ਬਰਾਬਰ -2 ਅਤੇ x ਬਰਾਬਰ 4 ਬਹੁਪਦ ਦੀਆਂ ਦਿੱਤੇ ਹੋਏ ਬਹੁਪਦ ਦੀਆਂ, ਠੀਕ ਹੈ, ਬਹੁਪਦ ਦੀਆਂ ਸਿਫਰਾਂ ਹਨ। ਹੁਣ ਅਸੀਂ ਸਿਫਰਾਂ ਦਾ ਜਿਹੜਾ ਜੋੜ ਹੈ ਉਹ ਪਤਾ ਕਰਨਾ ਹੈ। ਤੋ ਸਿਫਰਾਂ ਦਾ ਜੋੜ ਸਿਫਰ ਸਾਡੇ ਕੋਲ -2 ਹੈ ਔਰ ਇੱਕ ਸਾਡੇ ਕੋਲ 4 ਹੈ, ਠੀਕ ਹੈ। ਤੋ 4 ਦੇ ਵਿੱਚੋਂ 2 ਨੂੰ ਘਟਾਵਾਂਗੇ ਸਾਡੇ ਕੋਲ ਵੱਡੇ ਵਾਲਾ ਨਿਸ਼ਾਨ ਜਿਹੜਾ ਉਹੀ ਰਹੇਗਾ ਜੋ ਵੱਡੀ ਸੰਖਿਆ ਦੇ ਅੱਗੇ ਹੈ। ਤੋ ਇਹ ਸਾਡੇ ਕੋਲ ਆ ਜਾਏਗਾ 2 ਤੇ ਜਿਹੜਾ 2 ਨੂੰ ਅਸੀਂ ਲਿਖ ਸਕਦੇ ਹਾਂ। ਅਸੀਂ ਅਲਟੀਮੇਟਲੀ ਕਰਨਾ ਕੀ ਹੈ, ਅਸੀਂ ਇਹ ਪ੍ਰੂਵ ਕਰਨਾ ਕਿ ਜਿਹੜਾ ਸਿਫਰਾਂ ਦਾ ਜੋੜ ਹੈ ਉਹ ਸਾਡੇ ਕੋਲ -b/a ਦੇ ਬਰਾਬਰ ਬਣੇਗਾ, ਠੀਕ ਹੈ। ਤੇ ਜਿਹੜੀ ਸਿਫਰਾਂ ਦਾ ਗੁਣਨਫਲ ਹੈ ਉਹ ਸਾਡੇ ਕੋਲ c/a ਦੇ ਬਰਾਬਰ ਬਣੇਗਾ। ਇਹਦੇ ਵਿੱਚ b ਜਿਹੜਾ ਹੈ ਉਹ ਸਾਡੇ ਕੋਲ x ਦਾ ਗੁਣਾਂਕ ਹੈ ਤੇ a ਜਿਹੜਾ ਸਾਡੇ ਕੋਲ x² ਦਾ ਗੁਣਾਂਕ ਹੈ, c ਸਾਡੇ ਕੋਲ ਅਚਲ ਪਦ ਹੈ। ਤੋ ਜੋ ਸਾਡੇ ਕੋਲ ਸਿਫਰਾਂ ਦਾ ਜੋੜ ਇੱਥੇ ਹੈ, ਸਿਫਰਾਂ ਦਾ ਜੋੜ ਹੈ ਸਾਡੇ ਕੋਲ 2 ਨੂੰ ਅਸੀਂ ਲਿਖ ਸਕਦੇ ਹਾਂ -2/1। ਇਹ ਕਿਉਂ ਲਿਖਿਆ, ਕਿਉਂਕਿ -2 ਮੇਰੇ ਕੋਲ ਇੱਥੇ x ਦਾ ਗੁਣਾਂਕ ਹੈ, ਅਸੀਂ ਦੇਖ ਸਕਦੇ ਹਾਂ, ਠੀਕ ਹੈ ਨਾ। ਔਰ ਜਿਹੜਾ 1 ਹੈ ਉਹ ਸਾਡੇ ਕੋਲ x² ਦਾ ਗੁਣਾਂਕ ਹੈ, ਭਾਵ ਕਿ ਸਿਫਰਾਂ ਦਾ ਜੋੜ ਜੋ ਕਿ ਸਾਨੂੰ 2 ਪ੍ਰਾਪਤ ਹੋਇਆ ਸੀ ਇਹਨੂੰ ਅਸੀਂ ਇਸ ਫਾਰਮ ਦੇ ਵਿੱਚ ਲਿਖ ਸਕਦੇ ਹਾਂ ਕਿ -x ਦਾ ਗੁਣਾਂਕ -x ਦਾ ਗੁਣਾਂਕ
ठीक है, कोफिशिएंट ऑफ एक्स। हाँ जी, तो हेठां जिहड़ा साडे कोल एक्स स्क्वायर का गुणांक आ गया। ठीक है, हेठां साडे कोल एक्स स्क्वायर का गुणांक जिहड़ा ओह बन जाता है। तो ਇਹਦਾ मतलब ਇਹ सिद्ध ਹੁੰਦਾ है कि सिफरां ਦਾ ਜੋੜ ਜਿਹੜਾ ਹੈ ਬਹੁਪਦ ਦੇ ਵਿੱਚ ਉਹ ਸਾਡੇ ਕੋਲ -b/a ਜਾਂ कह लो कि -x ਦਾ ਗੁਣਾਂਕ ਵਟਾ x ਸਕੁਆਇਰ ਦੇ ਗੁਣਾਂਕ ਦੇ ਬਰਾਬਰ ਬਣਦਾ ਹੈ। ਇਸੇ ਢੰਗ ਦੇ ਨਾਲ ਹੁਣ ਅਸੀਂ ਸਿਫਰਾਂ ਦਾ ਜੋੜਫਲ ਵੀ ਜਿਹੜਾ ਸਿੱਧ ਕਰਾਂਗੇ ਕਿ c ਵਟਾ a ਦੇ ਬਰਾਬਰ ਹੋਏਗਾ। ਸੌਰੀ, ਸਿਫਰਾਂ ਦਾ ਗੁਣਨਫਲ। ਸਿਫਰਾਂ ਦਾ ਗੁਣਨਫਲ ਸਾਡੇ ਕੋਲ ਆਏਗਾ -2 ਗੁਣਾ 4, ਇਹ ਸਾਡੇ ਕੋਲ ਬਣੇਗੀ ਕੀਮਤ -8। ठीक है, तो -8 ਨੂੰ ਅਸੀਂ -8 ਵਟਾ 1 ਲਿਖ ਸਕਦੇ ਹਾਂ ਤੇ ਇਹ ਸਾਡੇ ਕੋਲ -8 ਜਿਹੜਾ ਹੈ ਇਹ ਅਚਲ ਪਦ ਬਣ ਜਾਂਦਾ ਹੈ ਤੇ 1 ਜਿਹੜਾ ਇਹ ਸਾਡੇ ਕੋਲ x ਸਕੁਆਇਰ ਦਾ ਗੁਣਾਂਕ ਹੋਏਗਾ। x ਸਕੁਆਇਰ ਦਾ ਗੁਣਾਂਕ, ठीक है। ਇਹਨੂੰ ਅਸੀਂ c ਵਟਾ a ਵੀ ਲਿਖ ਸਕਦੇ ਹਾਂ। ਠੀਕ ਹੈ, ਇਸ ਤੋਂ ਜਿਹੜਾ ਸਾਡੇ ਕੋਲ ਸਿਫਰਾਂ ਦਾ ਜੋੜਫਲ ਅਤੇ ਗੁਣਨਫਲ ਤੇ ਜਿਹੜੇ ਗੁਣਾਂਕ ਨੇ ਬਹੁਪਦ ਦੇ ਉਹਨਾਂ ਦੇ ਵਿੱਚ ਜਿਹੜਾ ਸੰਬੰਧ ਹੈ ਉਹ ਸਿੱਧ ਹੁੰਦਾ ਹੈ। ਠੀਕ ਹੈ, ਇਸੇ ਢੰਗ ਦੇ ਨਾਲ ਅਸੀਂ ਬਾਕੀ ਦੇ ਜਿਹੜੇ ਸਵਾਲ ਨੇ ਉਹ ਵੀ ਕਰਨੇ ਨੇ। ਇਹਦੇ ਵਿੱਚ ਵੀ ਅਸੀਂ 4s ਸਕੁਆਇਰ -4s + 1 ਪਹਿਲੇ ਅਸੀਂ ਇਹ ਦੇਖਦੇ ਹਾਂ ਕਿ ਇਹਦੇ ਵਿੱਚ ਜਿਹੜੇ ਸਾਨੂੰ ਗੁਣਾਂਕ ਨੇ ਉਹ ਕੀ ਨੇ। ਤੋ a ਦੀ ਕੀਮਤ ਇਹਦੇ ਵਿੱਚ ਸਾਡੇ ਕੋਲ ਬਣ ਜਾਂਦੀ ਹੈ 1, b ਦੀ ਕੀਮਤ ਸਾਡੇ ਕੋਲ ਹੈ -4 ਤੇ c ਦੀ ਕੀਮਤ ਸਾਡੇ ਕੋਲ ਹੈ, ਸੌਰੀ a ਦੀ ਕੀਮਤ ਆਪਣੇ ਕੋਲ 4 ਹੈ, a ਦੀ ਕੀਮਤ ਵੀ 4 ਹੈ, b ਦੀ ਕੀਮਤ -4 ਹੈ, c ਦੀ ਕੀਮਤ ਸਾਡੇ ਕੋਲ 1 ਹੈ। ਫਿਰ ਅਸੀਂ a ਤੇ c ਨੂੰ ਗੁਣਾ ਕਰਨੀ ਹੈ, a ਤੇ c ਨੂੰ ਗੁਣਾ ਕਰਾਂਗੇ ਸਾਡੇ ਕੋਲ 4 ਬਣੇਗਾ। ਠੀਕ ਹੈ, ਤੋ ਦੋ ਅੰਕ ਅਸੀਂ ਹੁਣ ਸੋਚਣੇ ਆ ਜਿਨ੍ਹਾਂ ਦਾ ਗੁਣਨਫਲ ਜਿਹੜਾ ਉਹ 4 ਦੇ ਬਰਾਬਰ ਹੋਏ ਤੇ ਜੋੜਫਲ ਜਿਹੜਾ ਹੈ ਉਹ b ਦੀ ਕੀਮਤ ਭਾਵ ਕਿ -4 ਦੇ ਬਰਾਬਰ ਹੋਏ। ਠੀਕ ਹੈ, ਤੋ ਦੋ ਅੰਕ ਇਹੋ ਜਿਹੇ ਅਸੀਂ ਲੈ ਸਕਦੇ ਹਾਂ -2 ਤੇ -2। ਠੀਕ ਹੈ, -2 ਜੇਕਰ ਅਸੀਂ ਇਹਨਾਂ ਨੂੰ ਜੋੜਾਂਗੇ ਤਾਂ ਇਹ ਸਾਡੇ ਕੋਲ ਘਟਾਓ ਦੇ 2 ਬਣਨਗੇ, ਬਟ ਅਗਰ ਅਸੀਂ ਇਹਨਾਂ ਨੂੰ ਗੁਣਾ ਕਰਾਂਗੇ, ਮਲਟੀਪਲਾਈ ਕਰਾਂਗੇ ਤਾਂ ਸਾਡੇ ਕੋਲ ਜਮਾ ਦੇ 4 ਬਣ ਜਾਂਦੇ ਨੇ। ਸੋ ਕਹਿਣ ਦਾ ਭਾਵ ਹੈ ਕਿ ਅਸੀਂ ਇਹਨੂੰ ਫੈਕਟਰਾਈਜ਼ ਜਦੋਂ ਕਰਾਂਗੇ ਤਾਂ ਇਹ ਸਾਡੇ ਕੋਲ ਬਣ ਜਾਏਗਾ 4s ਸਕੁਆਇਰ। ਮਿਡਲ ਟਰਮ ਨੂੰ ਆਪਾਂ ਸਪਲਿਟ ਕਰਨਾ ਹੈ, ਮਿਡਲ ਟਰਮ ਨੂੰ ਤੋੜ ਲੈਣਾ -2 ਤੇ -2 ਦੇ ਵਿੱਚ। ਠੀਕ ਹੈ, -2s ਜਮਾ 1। ਠੀਕ ਹੈ, ਤੋ ਇਹਦੇ ਵਿੱਚੋਂ 2s ਜਿਹੜਾ ਉਹ ਸਾਂਝਾ ਲਿਆ ਜਾ ਸਕਦਾ ਹੈ, ਇਹ ਆਪਣੇ ਕੋਲ 2s -1 ਬਣੇਗਾ, ਇਹਦੇ ਵਿੱਚੋਂ -1 ਸਾਂਝਾ ਲਿਆ ਜਾ ਸਕਦਾ ਹੈ, ਸਾਡੇ ਕੋਲ 2s -1 ਬਣੇਗਾ। ਠੀਕ ਹੈ, ਤੋ 2s -1 ਇਹ ਸਾਡੇ ਕੋਲ ਦੋ ਫੈਕਟਰ ਬਣ ਜਾਂਦੇ ਨੇ। ਤੋ ਜੇਕਰ ਇਹ ਸਾਡੇ ਕੋਲ ਦੋਨੋਂ ਫੈਕਟਰ ਜਿਹੜੇ 0 ਹੋ ਜਾਂਦੇ ਨੇ ਫਿਰ ਸਾਡੇ ਕੋਲ ਇਸ ਬਹੁਪਦ ਦੀ ਕੀਮਤ 0 ਹੋ ਜਾਏਗੀ। ਜਿਵੇਂ ਅਸੀਂ ਪਿਛਲੇ ਸਵਾਲ ਦੇ ਵਿੱਚ ਲਿਖਿਆ ਸੀ ਉਸੇ ਢੰਗ ਦੇ ਨਾਲ ਇੱਥੇ ਵੀ ਲਿਖਾਂਗੇ 4s -4s + 1 ਬਰਾਬਰ 0 ਹੋਵੇਗਾ ਜੇਕਰ 2s -1 ਬਰਾਬਰ 0 ਜਾਂ ਹੁਣ ਇਹਦੇ ਸਾਡੇ ਕੋਲ ਦੂਜਾ ਫੈਕਟਰ ਵੀ ਸੇਮ ਹੀ ਬਣਿਆ ਬਟ ਉਹਨੂੰ ਅਸੀਂ ਲਿਖਾਂਗੇ ਜ਼ਰੂਰ 2s -1 ਬਰਾਬਰ 0 ਹੋਵੇ। मतलब कि s ਦੀ ਕੀਮਤ ਜਿਹੜੀ ਸਾਡੇ ਕੋਲ 1 ਨੂੰ ਅਸੀਂ ਉੱਧਰ ਲੈ ਕੇ ਜਾਵਾਂਗੇ, 1 ਬਣ ਜਾਏਗਾ ਜਮਾ ਦਾ, 2 ਦੇ ਨਾਲ ਭਾਗ ਕਰਾਂਗੇ 1/2 ਆ ਜਾਏਗਾ ਸਾਡੇ ਕੋਲ। ਇਸੇ ਢੰਗ ਦੇ ਨਾਲ ਇੱਥੋਂ ਵੀ ਜਿਹੜੀ s ਦੀ ਕੀਮਤ ਹੈ ਉਹ ਸਾਡੇ ਕੋਲ 1/2 ਆ ਜਾਏਗੀ। ਸੋ ਇਸ ਬਹੁਪਦ ਦੇ ਜਿਹੜੇ ਦੋਨੋਂ ਸਾਡੇ ਕੋਲ ਸਿਫਰ ਨੇ ਉਹ ਦੋਨੋਂ ਇੱਕੋ ਹੀ ਨੇ, ਸਮਾਨ ਨੇ, 1/2 ਤੇ 1/2। ਹੁਣ ਅਸੀਂ ਕਰਾਂਗੇ ਸਿਫਰਾਂ ਦਾ ਜੋੜ। ਸਿਫਰਾਂ ਦਾ ਜੋੜ, ਸਿਫਰਾਂ ਦਾ ਜੋੜ ਸਾਡੇ ਕੋਲ 1/2 ਜਮਾ 1/2 ਬਣੇਗਾ। ਠੀਕ ਹੈ, ਹਾਫ ਐਂਡ ਹਾਫ ਇਹ ਸਾਡੇ ਕੋਲ 1 ਬਣ ਜਾਏਗਾ। ਤੋ -b/a ਅਸੀਂ ਬਣਾਉਣਾ ਹੈ, ਤੋ ਇਹਨੂੰ ਅਸੀਂ ਜੇਕਰ 4 ਦੇ ਨਾਲ ਗੁਣਾ ਕਰਦੇ ਹਾਂ, ਠੀਕ ਹੈ, ਤੇ 4 ਦੇ ਨਾਲ ਇਹਨੂੰ ਅਸੀਂ ਭਾਗ ਵੀ ਕਰ ਦਿੰਦੇ ਹਾਂ, ਇਹ ਸਾਡੇ ਕੋਲ ਬਣ ਜਾਏਗਾ 4/4। ਫਿਰ ਅੱਗੇ ਅਸੀਂ ਇਹਨੂੰ ਲਿਖ ਸਕਦੇ ਹਾਂ -4/4 ਕਿਉਂਕਿ -4 ਤੁਸੀਂ ਦੇਖੋ ਤਾਂ ਬਹੁਪਦ ਦੇ ਵਿੱਚ ਸਾਡੇ ਕੋਲ b ਦੀ ਕੀਮਤ ਹੈ
ਭਾਵ ਕਿ s ਦਾ ਜਿਹੜਾ ਗੁਣਾਂਕ ਹੈ ਉਹ ਸਾਡੇ ਕੋਲ -4 ਹੈ ਤੇ s ਸਕੁਆਇਰ ਦਾ ਜਿਹੜਾ ਗੁਣਾਂਕ ਹੈ a ਦੀ ਕੀਮਤ ਉਹ ਸਾਡੇ ਕੋਲ 4 ਹੈ। ਠੀਕ ਹੈ, ਤੋ ਇਹਨੂੰ ਅਸੀਂ ਲਿਖ ਸਕਦੇ ਹਾਂ, ਇਹ ਸਾਡੇ ਕੋਲ ਬਣ ਜਾਂਦਾ ਹੈ ਮਾਈਨਸ ਇੱਥੇ s ਦਾ ਗੁਣਾਂਕ, x ਦੀ ਜਗ੍ਹਾ ਤੇ ਸਾਡੇ ਕੋਲ ਵੇਰੀਏਬਲ ਜਿਹੜਾ ਚੱਲ ਹੈ ਉਹ ਇਸ ਵਾਰ s ਹੈ, ਤੋ s ਦਾ ਗੁਣਾਂਕ ਅਸੀਂ ਇੱਥੇ ਲਿਖਾਂਗੇ। ਠੀਕ, ਔਰ ਹੇਠਾਂ ਸਾਡੇ ਕੋਲ s ਸਕੁਆਇਰ ਦਾ ਗੁਣਾਂਕ ਬਣ ਜਾਂਦਾ ਹੈ, s ਸਕੁਆਇਰ ਦਾ ਗੁਣਾਂਕ, ਔਰ ਇਹਨੂੰ ਅਸੀਂ -b/a ਵੀ ਲਿਖ ਸਕਦੇ ਹਾਂ। ਠੀਕ ਹੈ, ਤੋ ਸਿੱਧ ਹੋ ਗਿਆ ਸਾਡੇ ਕੋਲ ਕਿ ਸਿਫਰਾਂ ਦਾ ਜਿਹੜਾ ਜੋੜ ਹੈ ਉਹ ਸਾਡੇ ਕੋਲ -b/a ਦੇ ਬਰਾਬਰ ਬਣਦਾ ਹੈ। ਇਸੇ ਢੰਗ ਦੇ ਨਾਲ ਸਿਫਰਾਂ ਦਾ ਗੁਣਨਫਲ ਅਸੀਂ c/a ਦੇ ਬਰਾਬਰ ਸਿੱਧ ਕਰਾਂਗੇ, ਸ਼ੋ ਕਰਾਂਗੇ ਇੱਥੇ ਸਿਫਰਾਂ ਦਾ ਗੁਣਨਫਲ ਇੱਕ ਵਟਾ 2 ਗੁਣਾ 1/2, ਤੋ ਇਹ ਸਾਡੇ ਕੋਲ ਬਣ ਜਾਂਦਾ ਹੈ 1/4। ਠੀਕ ਹੈ, ਤੋ 1/4, ਇੱਕ ਜਿਹੜੀ ਕੀਮਤ ਤੁਸੀਂ ਦੇਖ ਸਕਦੇ ਹੋ ਇੱਥੇ ਅਚਲ ਪਦ ਦੀ ਇੱਕ ਕੀਮਤ ਹੈ ਤੇ a ਦੀ ਕੀਮਤ ਭਾਵ c ਦੀ ਕੀਮਤ ਜਿਹੜੀ 1 ਹੈ ਤੇ a ਦੀ ਕੀਮਤ ਸਾਡੇ ਕੋਲ 4 ਹੈ, ਤੋ ਇਹਨੂੰ ਅਸੀਂ ਲਿਖਾਂਗੇ ਅਚਲ ਪਦ ਵਟਾ s ਸਕੁਆਇਰ ਦਾ ਗੁਣਾਂਕ। ਠੀਕ, ਔਰ ਇਹ ਸਾਡੇ ਕੋਲ c/a ਜਿਹੜਾ ਬਣ ਜਾਂਦਾ ਹੈ। ਠੀਕ ਹੈ, ਤੋ ਇਸ ਤੋਂ ਸਿੱਧ ਹੁੰਦਾ ਹੈ ਕਿ ਸਿਫਰਾਂ ਦਾ ਜੋੜ -b/a ਔਰ ਸਿਫਰਾਂ ਦਾ ਗੁਣਨਫਲ ਜਿਹੜਾ ਉਹ ਸਾਡੇ ਕੋਲ c/a ਭਾਵ ਅਚਲ ਪਦ ਤੇ s ਸਕੁਆਇਰ ਦਾ ਜਿਹੜਾ ਗੁਣਾਂਕ ਹੈ ਉਹਨਾਂ ਦਾ ਅਨੁਪਾਤ ਹੈ। ਠੀਕ ਹੈ, ਲਓ ਜੀ, ਤੋ ਇਹਦੇ ਨਾਲ ਸੰਬੰਧ ਜਿਹੜਾ ਹੈ ਉਹ ਸਾਡੇ ਕੋਲ ਸਿਫਰਾਂ ਅਤੇ ਗੁਣਾਂਕਾਂ ਦੇ ਵਿਚਕਾਰਲਾ ਸੰਬੰਧ ਜਿਹੜਾ ਹੈ ਉਹ ਸਿੱਧ ਹੋ ਜਾਂਦਾ ਹੈ। ਠੀਕ ਹੈ, ਇਸ ਤੋਂ ਬਾਅਦ ਅਗਲਾ ਜਿਹੜਾ ਸਵਾਲ ਹੈ ਤੀਸਰਾ ਪਾਰਟ, ਉਹ ਵੀ ਅਸੀਂ ਕਰਾਂਗੇ। ਤੀਸਰੇ ਪਾਰਟ ਦੇ ਵਿੱਚ ਸਾਡੇ ਕੋਲ ਜਿਹੜਾ ਦੋ ਘਾਤੀ ਬਹੁਪਦ ਹੈ, ਤੀਸਰੇ ਪਾਰਟ ਦੇ ਵਿੱਚ ਦੋ ਘਾਤੀ ਬਹੁਪਦ ਜਿਹੜਾ ਹੈ ਉਹ x ਸਕੁਆਇਰ + 7x + 10 ਹੈ। ਠੀਕ ਹੈ, ਤੋ ਇਹਦੇ ਵਿੱਚ ਅਸੀਂ ਜਿਹੜਾ ਹੈ ਮਿਡਲ ਟਰਮ ਨੂੰ ਸਪਲਿਟ ਕਰਨਾ ਹੈ, ਤੋ ਡਾਇਰੈਕਟ ਵੀ ਅਸੀਂ ਦੇਖ ਸਕਦੇ ਹਾਂ ਕਿ ਜਿਹੜਾ ਗੁਣਨਫਲ ਹੈ ਉਹ ਸਾਡੇ ਕੋਲ 10 ਬਣਨਾ ਚਾਹੀਦਾ ਹੈ ਤੇ ਜੋੜਫਲ ਜਿਹੜਾ ਉਹ ਸਾਡੇ ਕੋਲ 7 ਬਣਨਾ ਚਾਹੀਦਾ ਹੈ। ਠੀਕ ਹੈ, ਤੋ ਦੋ ਸੰਖਿਆਵਾਂ ਬੜੇ ਆਰਾਮ ਦੇ ਨਾਲ, ਬੜੀ ਆਸਾਨੀ ਦੇ ਨਾਲ ਅਸੀਂ ਦੱਸ ਸਕਦੇ ਹਾਂ ਕਿ 5 ਅਤੇ 2 ਹੋ ਸਕਦੀਆਂ ਨੇ। ਠੀਕ ਹੈ, ਤੋ 7 ਨੂੰ ਅਸੀਂ 5x = 2x ਲਿਖਾਂਗੇ, 5 ਤੇ 2 ਨੂੰ ਜੋੜਿਆ ਸਾਡੇ ਕੋਲ 7 ਬਣਦਾ ਹੈ, 5 ਨੂੰ 2 ਨਾਲ ਗੁਣਾ ਕਰਾਂਗੇ ਤਾਂ ਸਾਡੇ ਕੋਲ 10 ਬਣ ਜਾਂਦਾ ਹੈ। ਠੀਕ ਹੈ, +10, ਤੋ ਇਹਦੇ ਵਿੱਚੋਂ x ਸਾਂਝਾ ਲਿਆ ਜਾ ਸਕਦਾ ਹੈ, ਤੋ x + 5 ਆ ਜਾਏਗਾ, ਤੇ 2 ਸਾਂਝਾ ਲਿਆ ਜਾ ਸਕਦਾ ਹੈ, ਤੋ x + 5 ਆ ਜਾਏਗਾ। ਠੀਕ, ਤੋ ਇਹਦੇ ਵਿੱਚੋਂ x ਨੂੰ ਜਦੋਂ ਸਾਂਝਾ ਲਿਆ ਇੱਥੇ x ਸਕੁਆਇਰ ਹੈ ਤੇ x ਬਚੇਗਾ ਅੰਦਰ, 5x ਦੇ ਵਿੱਚੋਂ x ਨੂੰ ਸਾਂਝਾ ਲਿਆ ਤੇ 5 ਬਚੇਗਾ, ਇਹਦੇ ਵਿੱਚੋਂ 2x ਦੇ ਵਿੱਚੋਂ 2 ਨੂੰ ਸਾਂਝਾ ਲਿਆ ਤੇ 10 ਦੇ ਵਿੱਚੋਂ 2 ਨੂੰ ਅਸੀਂ ਸਾਂਝਾ ਲਵਾਂਗੇ ਤਾਂ ਪਿੱਛੇ 5 ਬਚੇਗਾ, ਕਿਉਂਕਿ 2 ਨੂੰ ਵਾਪਸ ਅਸੀਂ ਗੁਣਾ ਕਰਾਂਗੇ ਤੇ ਵਾਪਸ ਸਾਡੇ ਕੋਲ 10 ਬਣ ਜਾਂਦਾ ਹੈ। ਠੀਕ ਹੈ, ਤੋ ਇਹਦੇ ਵਿੱਚੋਂ ਹੁਣ ਇਸ ਵਾਲੀ ਟਰਮ ਤੇ ਇਸ ਵਾਲੀ ਟਰਮ ਦੇ ਵਿੱਚੋਂ x + 5 ਨੂੰ ਕਾਮਨ ਲਿਆ ਜਾ ਸਕਦਾ ਹੈ, ਸਾਂਝਾ ਲਿਆ ਜਾ ਸਕਦਾ ਹੈ, ਤੇ ਇੱਥੇ ਸਾਡੇ ਕੋਲ x ਜਿਹੜਾ ਬਚ ਜਾਏਗਾ, ਇੱਥੇ ਸਾਡੇ ਕੋਲ 2 ਬਚ ਜਾਏਗਾ। ਠੀਕ ਹੈ, ਤੋ ਇਹਦੇ ਵਿੱਚੋਂ ਹੁਣ ਇਹ ਜਿਹੜੀ ਬਹੁਪਦ ਹੈ ਇਹਦੀ ਕੀਮਤ 0 ਸਾਡੇ ਕੋਲ ਕਦੋਂ ਹੋਏਗੀ, x ਸਕੁਆਇਰ + 7x + 10 ਬਰਾਬਰ 0। ਠੀਕ ਹੈ, ਹੋਵੇਗਾ ਜੇਕਰ ਜਾਂ ਤੇ ਸਾਡੇ ਕੋਲ x, 5 ਦੀ ਕੀਮਤ 0 ਹੋ ਜਾਏ, ਠੀਕ ਹੈ, ਜਾਂ x, 2 ਦੀ ਕੀਮਤ ਜਿਹੜੀ ਸਾਡੇ ਕੋਲ ਉਹ 0 ਹੋ ਜਾਏ, ਭਾਵ ਕਿ x ਦੀ ਕੀਮਤ ਸਾਡੇ ਕੋਲ -5 ਹੋ ਜਾਏ, ਕਿਉਂਕਿ 5 ਨੂੰ ਅਸੀਂ ਦੂਜੇ ਪਾਸੇ ਸ਼ਿਫਟ ਕਰਾਂਗੇ, -5 ਹੋ ਜਾਏਗਾ, ਔਰ ਇਹਦੇ ਵਿੱਚ x ਦੀ ਕੀਮਤ ਸਾਡੇ ਕੋਲ -2। ਤੋ ਇਹ ਜਿਹੜੇ -5 ਤੇ -2 ਨੇ ਇਹ ਸਾਡੇ ਕੋਲ ਇਸ ਦਿੱਤੇ ਹੋਏ ਬਹੁਪਦ ਦੇ ਸਿਫਰ ਨੇ। ਠੀਕ ਹੈ, ਇਸ ਤਰ੍ਹਾਂ -5 ਅਤੇ 2 -2 x ਸਕੁਆਇਰ + 7x + 10 ਦੇ ਸਿਫਰ ਹਨ। ਤੇ ਹੁਣ ਅਸੀਂ ਪਿਛਲੇ ਸਵਾਲ ਦੀ ਤਰ੍ਹਾਂ ਹੀ ਇੱਥੇ ਸਿਫਰਾਂ ਦਾ ਜੋੜ ਅਤੇ ਸਿਫਰਾਂ ਦਾ ਗੁਣਨਫਲ ਕਰਾਂਗੇ। ਸਿਫਰਾਂ ਦਾ ਜੋੜ ਸਾਡੇ ਕੋਲ -5 ਜਮਾ -2, ਠੀਕ ਹੈ, ਇਹ ਬਣ ਜਾਂਦਾ ਜੀ -7। ਠੀਕ ਹੈ, ਕਿਉਂਕਿ ਪਲੱਸ ਮਾਈਨਸ ਮਾਈਨਸ ਹੋ ਜਾਏਗਾ, -5 -7 -2, ਜਦੋਂ ਸਾਡੇ ਕੋਲ ਦੋ ਅੰਕਾਂ ਦੇ ਜਿਹੜੇ ਸਾਈਨ ਨੇ ਉਹ ਇੱਕੋ ਜਿਹੇ ਨੇ ਤਾਂ ਉਹਨਾਂ ਦਾ ਹਮੇਸ਼ਾ ਜੋੜ ਹੁੰਦਾ ਹੈ। ਠੀਕ ਹੈ, ਤੇ ਨਿਸ਼ਾਨ ਸਾਡੇ ਕੋਲ ਉਹੀ ਆਏਗਾ ਜਿਹੜਾ ਦੋਨਾਂ ਦੇ ਅੱਗੇ ਹੋਏਗਾ, ਤਾਂ -5 -2 ਇਹ ਸਾਡੇ ਕੋਲ -7 ਬਣ ਗਿਆ। ਤਾਂ -7 ਨੂੰ ਅਸੀਂ ਲਿਖ ਸਕਦੇ ਹਾਂ -7/1 -7/1।
ਇਹਦੇ ਵਿੱਚ ਜਿਹੜਾ 7 ਹੈ ਉਹ ਤੁਸੀਂ ਦੇਖ ਸਕਦੇ ਹੋ ਉੱਥੇ x ਦਾ ਗੁਣਾਂਕ ਹੈ, ਇਹਨੂੰ ਅਸੀਂ x ਦਾ ਗੁਣਾਂਕ ਵੀ ਲਿਖ ਸਕਦੇ ਹਾਂ ਤੇ b ਵੀ ਲਿਖ ਸਕਦੇ ਹਾਂ, ਠੀਕ ਹੈ। तो ਇਹ ਸਾਡੇ ਕੋਲ ਬਣ ਜਾਂਦਾ ਜੀ -7 ਜਿਹੜਾ ਉਹ b ਦੀ ਕੀਮਤ ਹੈ, b ਵਟਾ a ਸਾਡੇ ਕੋਲ 1 ਹੈ, ਤਾਂ 1 ਨੂੰ ਅਸੀਂ a ਲਿਖ ਸਕਦੇ ਹਾਂ -b/a, ਠੀਕ ਹੈ। ਤਾਂ ਸਿੱਧ ਹੋ ਗਿਆ ਇੱਥੋਂ ਕਿ ਸਿਫਰਾਂ ਦਾ ਜੋੜ ਹੈ ਸਾਡੇ ਕੋਲ ਉਹ -b/a ਦੇ ਬਰਾਬਰ ਹੁੰਦਾ ਹੈ। ਇਸੇ ਤਰ੍ਹਾਂ ਸਿਫਰਾਂ ਦਾ ਜਿਹੜਾ ਗੁਣਨਫਲ ਹੈ ਉਹ ਅਸੀਂ ਸਿੱਧ ਕਰਾਂਗੇ ਕਿ c/a ਦੇ ਬਰਾਬਰ ਹੋਏਗਾ। ਸਿਫਰਾਂ ਦਾ ਗੁਣਨਫਲ ਅਸੀਂ ਸ਼ੋ ਕਰਾਂਗੇ ਇੱਥੇ, ਠੀਕ ਹੈ, ਵੈਰੀਫਿਕੇਸ਼ਨ ਹੈ ਆਪਣੇ ਕੋਲ। तो गुणनफल -5 गुणा -2, तो ये साडे कोल बन जाता है 10, ठीक है। इनू असीं 10/1 लिख सकते हैं, तो ये साडे कोल c/a ਦੇ बराबर हो जाता है। इत्थे अचल पद जिवें असीं पिछले सवाल दे विच लिखिआ अचल पद वटा x² ਦਾ गुणांक भी तुसीं लिख सकते हो, इत्थे माइनस x ਦਾ गुणांक वटा x² ਦਾ गुणांक भी लिख सकते हो, ठीक है। तो ये भी साडे कोल गुणनफल सिफरां ਦਾ ਜੋੜ ਅਤੇ ਸਿਫਰਾਂ ਦਾ ਗੁਣਨਫਲ ਦੇ ਜਿਹੜੇ ਸੰਬੰਧ ਨੇ ਗੁਣਾਂਕਾਂ ਦੇ ਨਾਲ ਉਹ ਸਿੱਧ ਹੋ ਜਾਂਦੇ ਨੇ। ਠੀਕ ਹੈ ਬੱਚਿਓ, ਮੈਨੂੰ ਉਮੀਦ ਹੈ ਕਿ ਬਹੁਤ ਧਿਆਨ ਦੇ ਨਾਲ ਤੁਸੀਂ ਦੇਖ ਰਹੇ ਹੋ ਤੇ ਇਹਨਾਂ ਨੂੰ ਤੁਸੀਂ ਸਮਝਿਆ ਵੀ ਹੋਏਗਾ। ਤੇ ਅਗਲਾ ਸਵਾਲ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਆਪ ਜੇ ਕੋਸ਼ਿਸ਼ ਕਰੋ ਤਾਂ ਬਹੁਤ ਚੰਗਾ ਰਹੇਗਾ, ਠੀਕ ਹੈ। ਆਖਰੀ ਸਵਾਲ ਨੂੰ ਆਪਣੇ ਆਪ ਇੱਕ ਵਾਰ ਕਰਨ ਦੀ ਕੋਸ਼ਿਸ਼ ਕਰੋ, ਉਸ ਤੋਂ ਬਾਅਦ ਜੇਕਰ ਨਹੀਂ ਪਤਾ ਚੱਲਦਾ ਤੇ ਦੁਬਾਰਾ ਦੇਖ ਸਕਦੇ ਹੋ। ਇਹ ਸਾਰੇ ਸਵਾਲ ਕਿਤਾਬ ਦੇ ਵਿੱਚੋਂ ਹੀ ਨੇ ਆਪਾਂ, ਠੀਕ ਹੈ। तो हुण इहदे विच साडे कोल जिहड़ा मियारी रूप दे विच सानूं दित्ता होया बहुपद 3x² - x - 4, एक चीज़ का हमेशा ख्याल रखना है कि कई बार सानूं जिहड़े पद ने वो अगे पिछे दित्ते हो सकते हैं। जिद्दां हो सकता है कि सानूं यही जिहड़ा बहुपद है इहनूं इस तरह दित्ता होवे 3x² - 4 - x। तो असीं सब तो पहलां अपनी समझदारी दे नाल इहनूं असीं मियारी रूप दे विच लिखांगे। सब तो पहलां x² वाला पद आएगा, उस तो बाद x वाला पद आएगा, ठीक है। उस तो बाद ਜਿਹੜਾ ਸਾਡੇ ਕੋਲ ਅਚਲ ਪਦ ਹੈ ਜਿਹੜਾ ਉਹ ਆਏਗਾ, ਠੀਕ ਹੈ। ਇਹਨੂੰ ਜੇਕਰ ਸਾਡੇ ਕੋਲ ਮਿਆਰੀ ਰੂਪ ਦੇ ਵਿੱਚ ਸਟੈਂਡਰਡ ਫਾਰਮ 'ਚ ਨਹੀਂ ਲਿਖਿਆ ਹੋਇਆ ਤਾਂ ਪਹਿਲਾਂ ਉਹਨੂੰ ਅਸੀਂ ਸਟੈਂਡਰਡ ਫਾਰਮ ਦੇ ਵਿੱਚ ਲਿਖਾਂਗੇ, ਫਿਰ ਉਸ ਤੋਂ ਅੱਗੇ ਆਪਣੀ ਕਾਰਵਾਈ ਜਿਹੜੀ ਉਹ ਸ਼ੁਰੂ ਕਰਾਂਗੇ, ਠੀਕ ਹੈ। ਤਾਂ ਇਹਦੇ ਵਿੱਚ a ਜਿਹੜਾ ਸਾਡੇ ਕੋਲ ਉਹ ਹੈ 3, b ਆਪਣੇ ਕੋਲ ਹੈ -1 ਤੇ c ਦੀ ਕੀਮਤ ਹੈ ਸਾਡੇ ਕੋਲ -4, ਠੀਕ ਹੈ। तो a ਤੇ c ਦਾ ਜਿਹੜਾ ਗੁਣਨਫਲ ਹੈ ਉਹ ਅਸੀਂ ਇੱਥੇ ਪਹਿਲਾਂ ਕਰਾਂਗੇ। ਪਿਛਲੇ ਸਵਾਲ ਦੇ ਵਿੱਚ ਅਸੀਂ a ਤੇ c ਦਾ ਗੁਣਨਫਲ ਨਹੀਂ ਸੀ ਕੀਤਾ ਕਿਉਂਕਿ ਇੱਥੇ a ਦੀ ਕੀਮਤ ਸਾਡੇ ਕੋਲ 1 ਹੀ ਦਿੱਤੀ ਹੋਈ ਸੀ, ਠੀਕ ਹੈ। ਇਸ ਲਈ ਸਿਰਫ ਅਸੀਂ ਦੇਖਿਆ ਕਿ ਦੋ ਸੰਖਿਆਵਾਂ ਦਾ ਗੁਣਨਫਲ ਸਾਡੇ ਕੋਲ 10 ਬਣਨਾ ਚਾਹੀਦਾ ਹੈ, ਪਰ ਇਸ ਵਾਰ ਸਾਡੇ ਕੋਲ a ਦੀ ਕੀਮਤ ਵੀ 3 ਹੈ, ਤਾਂ 3 ਨੂੰ c ਦੇ ਨਾਲ ਗੁਣਾ ਕਰਾਂਗੇ ਅਸੀਂ, ਸਾਡੇ ਕੋਲ -12 ਬਣੇਗਾ। ਤਾਂ ਦੋ ਸੰਖਿਆਵਾਂ ਜਿਹੜੀਆਂ ਅਸੀਂ ਲੱਭਣੀਆਂ ਨੇ ਉਹ ਲੱਭਣੀਆਂ ਨੇ ਜਿਨ੍ਹਾਂ ਦਾ ਗੁਣਨਫਲ ਜਿਹੜਾ ਸਾਡੇ ਕੋਲ -12 ਬਣੇ ਤੇ ਜੋੜਫਲ -1 ਬਣੇ, ਠੀਕ ਹੈ। तो 4 ਤੀਆ 12 ਹੁੰਦੇ ਨੇ, तो 4 ਤੇ 3 ਸਾਡੇ ਕੋਲ ਦੋ ਸੰਖਿਆਵਾਂ ਆ ਜਾਣਗੀਆਂ, ਠੀਕ ਹੈ। ਇਹਦੇ ਵਿੱਚੋਂ ਅਸੀਂ 4 ਨੂੰ -4 ਲੈ ਲੈਂਦੇ ਹਾਂ ਤਾਂ ਕਿ ਇਹਨਾਂ ਦਾ ਜੋੜ ਜਿਹੜਾ ਸਾਡੇ ਕੋਲ -1 ਬਣੇ ਤੇ ਗੁਣਨਫਲ -12, ਠੀਕ ਹੈ। ਤਾਂ ਇਹਨੂੰ ਅਸੀਂ ਲਿਖਾਂਗੇ 3x² -4x + 3 -4, ਠੀਕ ਹੈ। ਤਾਂ -4x ਜਮਾ 3 ਇਹਨਾਂ ਦਾ ਜੋੜਫਲ ਜਿਹੜਾ ਸਾਡੇ ਕੋਲ ਉਹ -1 ਬਣਦਾ ਹੈ। तो ये x ਨੂੰ ਅਸੀਂ कॉमन ਜਿਹੜਾ ਸਾਂਝਾ ਲੈ ਸਕਦੇ ਹਾਂ, ਇਹ ਸਾਡੇ ਕੋਲ 3x - 4 ਬਣੇਗਾ और ਇੱਥੇ +1 तो ये अपने को 3x - 4 बनेगा, ठीक है। तो x + 1 ਤੇ 3x - 4 ਇਹ ਸਾਡੇ ਕੋਲ ਦੋ ਫੈਕਟਰ ਜਿਹੜੇ ਬਣ ਜਾਂਦੇ ਨੇ। तो बिल्कुल ਪਹਿਲਾਂ ਦੀ ਤਰ੍ਹਾਂ ਹੀ ਅਸੀਂ ਇੱਥੇ ਲਿਖਾਂਗੇ ਕਿ 3x² - x - 4 बराबर 0 ਹੋਵੇਗਾ ਜੇਕਰ ਇਹ ਦੋਨੋਂ ਫੈਕਟਰਸ ਦੇ ਵਿੱਚੋਂ ਕੋਈ ਵੀ ਜਿਹੜਾ ਫੈਕਟਰ ਹੈ ਉਹ 0 ਹੋ ਜਾਂਦਾ ਹੈ। ਜੇਕਰ x + 1 ਬਰਾਬਰ 0 ਹੋਵੇ ਜਾਂ 3x - 4 ਬਰਾਬਰ 0 ਹੋਵੇ, ਠੀਕ ਹੈ। तो x ਦੀ ਕੀਮਤ ਸਾਡੇ ਕੋਲ ਇੱਥੇ ਆ ਜਾਏਗੀ -1 और इस पासों ਸਾਡੇ ਕੋਲ ਜਿਹੜੀ x ਦੀ ਕੀਮਤ ਹੈ ਉਧਰ ਜਾਏਗਾ, ਇਹ 4 ਬਣ ਜਾਏਗਾ ਵਟਾ 3 ਆ ਜਾਏਗਾ, ठीक है। तो x ਦੀ ਕੀਮਤ ਸਾਡੇ ਕੋਲ 4/3 ਹੋ ਸਕਦੀ ਹੈ, ਠੀਕ। ओके, तो हुण फिर असी की करना है, सिफरां दा जोड़ असी दिखाना है कि -b/a दे बराबर बनता है, ठीक है। सिफरां दा जोड़, तो सिफरां दा जोड़ भाव के -1 जमा साडे कोल 4/3, ठीक है। तो ये -1 + 4/3 है, तिना असी इत्थे गुणा करांगे साडे कोल -3 जमा 4/3 आ जाएगा, भाव 1/3 ਜਿਹੜਾ ਉਹ ਸਾਡੇ ਕੋਲ ਆ ਜਾਂਦਾ ਹੈ, ठीक है। तो 1/3 ਨੂੰ ਅਸੀਂ ਲਿਖ ਸਕਦੇ ਹਾਂ 1/3 बराबर
-1 बटा 3 ਜਿਹੜਾ -1 ਦੀ ਕੀਮਤ ਹੈ ਉਹ ਸਾਡੇ ਕੋਲ b ਦੀ ਕੀਮਤ ਹੈ, तो ਇਹਦੀ ਜਗ੍ਹਾ ਤੇ ਅਸੀਂ b ਲਿਖ ਦਿੰਦੇ ਹਾਂ ਤੇ 3 ਜਿਹੜੀ ਸਾਡੇ ਕੋਲ a ਦੀ ਕੀਮਤ ਹੈ ਇੱਥੇ ਅਸੀਂ a ਲਿਖ ਦਿੰਦੇ ਹਾਂ। ਠੀਕ ਹੈ, तो ਇਸ ਤੋਂ ਜਿਹੜਾ ਆਪਾਂ ਇਹ ਸ਼ੋ ਕਰ ਦਿੱਤਾ ਕਿ ਸਿਫਰਾਂ ਦਾ ਜੋੜ ਵਾਕਈ ਹੀ -b ਵਟਾ a ਦੇ ਬਰਾਬਰ ਹੈ, ਜਾਂ ਅਸੀਂ ਇੱਥੇ -x ਦਾ ਗੁਣਾਂਕ ਵਟਾ x ਸਕੁਆਇਰ ਦਾ ਗੁਣਾਂਕ ਵੀ ਲਿਖ ਸਕਦੇ ਹਾਂ। ਇਸ ਤੋਂ ਬਾਅਦ ਇੱਧਰ ਸਾਡੇ ਕੋਲ ਸਿਫਰਾਂ ਦਾ ਗੁਣਨਫਲ ਆਏਗਾ, ਸਿਫਰਾਂ ਦਾ ਗੁਣਨਫਲ ਜਾਂ ਸਿਫਰਾਂ ਦੀ ਗੁਣਾ ਜਾਂ ਪ੍ਰੋਡਕਟ ਆਫ ਜ਼ੀਰੋਜ਼ ਆਪਾਂ ਲਿਖਦੇ ਹਾਂ ਤੇ ਸਮ ਆਫ ਜ਼ੀਰੋਜ਼ ਲਿਖਦੇ ਹਾਂ। ਠੀਕ ਹੈ, ਇੰਗਲਿਸ਼ ਦੇ ਵਿੱਚ ਜਦੋਂ ਲਿਖਾਂਗੇ तो ਗੁਣਨਫਲ ਦੇ ਵਿੱਚ ਸਾਡੇ ਕੋਲ -1 ਗੁਣਾ 4/3 ਆਏਗਾ। ਠੀਕ ਹੈ, तो ਇਹਨੂੰ ਗੁਣਾ ਕੀਤਾ ਹੈ ਸਾਡੇ ਕੋਲ -4/3 ਬਣ ਜਾਂਦਾ ਹੈ। ਠੀਕ ਹੈ, ਇਹਦੇ ਵਿੱਚ ਜਿਹੜਾ -4 ਹੈ ਉਹ ਸਾਡੇ ਕੋਲ c ਦੀ ਕੀਮਤ ਹੈ ਤੇ ਜਿਹੜਾ 3 ਹੈ ਉਹ ਸਾਡੇ ਕੋਲ a ਦੀ ਕੀਮਤ ਹੈ, ਤੇ ਇਹਨੂੰ ਅਸੀਂ c/a ਲਿਖ ਸਕਦੇ ਹਾਂ। ਠੀਕ ਹੈ, तो ਸਿਫਰਾਂ ਦਾ ਗੁਣਨਫਲ ਜਿਹੜਾ ਉਹ c/a ਦੇ ਬਰਾਬਰ ਸਿੱਧ ਹੋ ਜਾਂਦਾ ਹੈ, ਜਾਂ ਕਹਿ ਲਓ ਕਿ ਅਚਲ ਪਦ ਵਟਾ x ਸਕੁਆਇਰ ਦਾ ਗੁਣਾਂਕ ਦੇ ਬਰਾਬਰ ਸਿੱਧ ਹੋ ਜਾਂਦਾ ਹੈ, x ਸਕੁਆਇਰ ਦਾ ਗੁਣਾਂਕ। ਠੀਕ ਹੈ ਬੱਚਿਓ, तो ਇਸ ਢੰਗ ਦੇ ਨਾਲ ਆਪਾਂ 8 ਸਵਾਲ ਜਿਹੜੇ ਕੀਤੇ ਨੇ, ਜਿਨ੍ਹਾਂ ਦੇ ਵਿੱਚੋਂ ਕੋਈ ਵੀ ਸਵਾਲ ਤੁਹਾਡੇ ਕੋਲ 2 ਅੰਕ ਦੇ ਲਈ ਜਿਹੜਾ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਹੈ। ਮੈਨੂੰ ਉਮੀਦ ਹੈ ਕਿ ਹਰ ਇੱਕ ਸਵਾਲ ਨੂੰ ਤੁਸੀਂ ਬਹੁਤ ਧਿਆਨ ਦੇ ਨਾਲ ਦੇਖਿਆ ਹੋਵੇਗਾ, ਸਮਝਿਆ ਵੀ ਹੋਵੇਗਾ। ਠੀਕ ਹੈ, तो ਜੇਕਰ ਕੋਈ ਵੀ ਤੁਹਾਡਾ ਕੁਐਸਚਨ ਹੈ, ਕੋਈ ਵੀ ਡਾਊਟ ਹੈ, ਤਾਂ ਤੁਸੀਂ ਨੀਚੇ ਕਮੈਂਟ ਕਰਕੇ ਜਿਹੜਾ ਪੁੱਛ ਸਕਦੇ ਹੋ ਜਾਂ ਦੱਸ ਸਕਦੇ ਹੋ। ਠੀਕ ਹੈ, ਥੈਂਕ ਯੂ। ਇਸ ਤੋਂ ਬਾਅਦ ਫਿਰ ਅਗਲੇ ਚੈਪਟਰ ਦੇ 2 ਅੰਕਾਂ ਵਾਲੇ ਸਵਾਲਾਂ ਦੇ ਨਾਲ ਆਪਾਂ ਫਿਰ ਮਿਲਾਂਗੇ। ਉਦੋਂ ਤੱਕ ਸਤਿ ਸ਼੍ਰੀ ਅਕਾਲ।